प्यारे विद्यार्थियों, ਅਸੀਂ ਆਪਣੀ ਪਹਿਲੀ ਵੀਡੀਓ ਵਿੱਚ ਚੈਪਟਰ ਨੰਬਰ 10 ਜਿਹੜਾ ਵਾ ਇਹਦੀ ਪਹਿਲੀ ਵੀਡੀਓ ਵਿੱਚ ਆਪਾਂ ਕੀ ਕੁਝ ਪੜ੍ਹਿਆ ਸੀ। ਜੇ ਆਪਾਂ ਨੇ ਇੱਕ ਵਾਰੀ ਦੁਬਾਰਾ ਉਹਨੂੰ ਆਪਾਂ ਰਿਪੀਟ ਕਰੀਏ, ਇਸ ਦੇ ਵਿੱਚ ਆਪਾਂ ਪੜ੍ਹਿਆ ਸੀ ਪਲੇਨ ਮਿਰਰ ਦੇ ਬਾਰੇ। ਪਲੇਨ ਮਿਰਰ ਜੋ ਹੈ ਉਸ ਦੇ ਵਿੱਚ ਇਮੇਜ ਕਿਵੇਂ ਬਣਦਾ ਹੈ, ਯਾਨੀ ਕਿ ਸਮਤਲ ਦਰਪਣ ਦੇ ਵਿੱਚ ਪਲੇਨ ਮਿਰਰ ਜਾਂ ਸਮਤਲ ਦਰਪਣ 'ਚ ਪ੍ਰਤੀਬਿੰਬ ਜਾਂ ਇਮੇਜ ਕਿਵੇਂ ਬਣਦਾ ਹੈ। ਉਸ ਤੋਂ ਬਾਅਦ ਆਪਾਂ ਪੜ੍ਹਿਆ ਗੋਲਾਕਾਰ ਦਰਪਣ ਦੇ ਬਾਰੇ, ਯਾਨੀ ਕਿ ਸਫੈਰੀਕਲ ਮਿਰਰਸ ਦੇ ਬਾਰੇ। ਸਫੈਰੀਕਲ ਮਿਰਰ ਦੇ ਵਿੱਚ ਆਪਾਂ ਕਨਕੇਵ ਯਾਨੀ ਕਿ ਅਵਤਲ ਦਰਪਣ ਤੇ ਕਨਵੈਕਸ ਮਿਰਰ ਯਾਨੀ ਕਿ ਉੱਤਲ ਦਰਪਣ ਦੇ ਸਾਰੇ ਆਪਾਂ ਗੁਣ ਪੜ੍ਹੇ। ਉਸੇ ਹੀ ਲੜੀ ਨੂੰ ਅੱਗੇ ਵਧਾਉਂਦਿਆਂ ਆਪਾਂ ਪੜਾਂਗੇ ਅੱਜ ਸਾਈਨ ਕਨਵੈਨਸ਼ਨ। ਸਾਈਨ ਕਨਵੈਨਸ਼ਨ ਫॉर ਰਿਫਲੈਕਸ਼ਨ ਬਾਈ ਸਫੈਰੀਕਲ ਮਿਰਰਸ, ਗੋਲਾਕਾਰ ਦਰਪਣਾਂ ਦੁਆਰਾ ਪਰਾਵਰਤਨ ਲਈ ਚਿੰਨ੍ਹ ਪਰੰਪਰਾ। ਮਤਲਬ ਇਹ ਚੀਜ਼ ਜਿਹੜੀ ਆਪਾਂ ਸਮਝਾਂਗੇ, ਜਦੋਂ ਵਸਤੂ ਆਪਾਂ ਦਰਪਣ ਦੇ ਅੱਗੇ ਰੱਖਦੇ ਹਾਂ ਆਪਾਂ ਨੂੰ ਪਤਾ ਹੁੰਦਾ ਪ੍ਰਤੀਬਿੰਬ ਬਣਦਾ ਹੈ। ਇਹਨੂੰ ਆਪਾਂ ਇਸ ਡਾਇਗਰਾਮ ਦੀ ਮਦਦ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ 'ਚ ਦੇਖੋ ਤੁਸੀਂ, ਆਪਾਂ ਇੱਕ ਕਲਰ ਚੇਂਜ ਕਰਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਥੋੜਾ ਈਜ਼ੀ ਅੰਡਰਸਟੈਂਡ ਹੋ ਜਾਏਗਾ। ਜਿਵੇਂ ਇਹਦੇ ਵਿੱਚ ਏ ਬੀ, ਇਹ ਕੀ ਹੈ? ਵਸਤੂ। ਵਸਤੂ ਹਮੇਸ਼ਾ ਜਿਹੜੀ ਹੈ ਇਹ ਉੱਪਰ ਵੱਲ ਹੁੰਦੀ ਹੈ, ਜਿਹੜੀ ਪ੍ਰਿੰਸੀਪਲ ਐਕਸਸ ਜਿਹੜੀ ਮੁੱਖ ਧੁਰਾ ਹੈ ਉਸ ਤੋਂ ਉੱਪਰ ਵੱਲ ਨੂੰ, ਤੇ ਜਿਹੜੀ ਉੱਪਰ ਵੱਲ ਚੀਜ਼ ਉਹਨੂੰ ਹਮੇਸ਼ਾ ਆਪਾਂ ਕੀ ਲੈਂਦੇ ਹਾਂ? ਪਲੱਸ। ਪ੍ਰਤੀਬਿੰਬ ਜਿਹੜਾ ਵਾ ਜੇ ਤੋਂ ਉਹ ਵੀ ਉੱਪਰ ਨੂੰ ਬਣੇਗਾ। ਆਪਾਂ ਦੇਖਿਆ ਸੀ ਇੱਕ ਕੇਸ ਅਵਤਲ ਦਰਪਣ ਦੇ ਵਿੱਚ ਪ੍ਰਤੀਬਿੰਬ ਉੱਪਰ ਬਣਦਾ ਸੀ ਜਦੋਂ ਵਸਤੂ ਕਿੱਥੇ ਹੁੰਦੀ ਸੀ? ਐਫ ਅਤੇ ਪੀ ਦੇ ਵਿਚਕਾਰ। ਜੇ ਪ੍ਰਤੀਬਿੰਬ ਵੀ ਉੱਪਰ ਨੂੰ ਬਣਦਾ ਹੈਗਾ ਤੇ ਉਹਨੂੰ ਆਪਾਂ ਪਲੱਸ ਲਵਾਂਗੇ, ਜੇ ਪ੍ਰਤੀਬਿੰਬ ਥੱਲੇ ਨੂੰ ਬਣਦਾ ਹੈ ਤਾਂ ਉਹਨੂੰ ਆਪਾਂ ਸਾਈਨ ਨੂੰ ਕੀ ਲਵਾਂਗੇ? ਮਾਈਨਸ। ਉਸੇ ਤਰ੍ਹਾਂ ਆਪਾਂ ਪੀ ਤੋਂ ਦੂਰੀ ਮਾਪਦੇ ਹਾਂ ਵਸਤੂ ਦੀ ਪ੍ਰਤੀਬਿੰਬ ਦੀ। ਜੇ ਉਹ ਵਸਤੂ ਦੀ ਦੂਰੀ ਪ੍ਰਤੀਬਿੰਬ ਤੋਂ ਪੀ ਤੋਂ ਖੱਬੇ ਪਾਸੇ ਆ, ਲੈਫਟ ਹੈਂਡ ਸਾਈਡ ਵੱਲ ਹੈ, ਤੇ ਆਪਾਂ ਉਹਨੂੰ ਕੀ ਲੈਂਦੇ ਹਾਂ? ਮਾਈਨਸ। ਮੰਨ ਲਓ ਅਸੀਂ ਕਹਿੰਦੇ ਹਾਂ ਵਸਤੂ ਜਿਹੜਾ ਵਾ ਇਹ 20 ਸੈਂਟੀਮੀਟਰ ਆਪਾਂ ਪੀ ਤੋਂ ਰੱਖਿਆ ਹੈ, ਤੇ ਆਪਾਂ ਕੀ ਕਵਾਂਗੇ? -20। ਪ੍ਰਤੀਬਿੰਬ ਵੀ ਜੇ ਖੱਬੇ ਪਾਸੇ ਲੈਫਟ ਹੈਂਡ ਤੇ ਬਣਦਾ ਹੈ ਤਾਂ ਉਸ ਦੀ ਦੂਰੀ ਨੂੰ ਵੀ ਮਾਈਨਸ ਵਿੱਚ ਹੀ ਮਾਪਿਆ ਜਾਵੇਗਾ, ਤੇ ਜੇ ਉਹ ਪ੍ਰਤੀਬਿੰਬ ਸੱਜੇ ਪਾਸੇ ਬਣਦਾ ਹੈ ਤੇ ਫਿਰ ਉਹਨੂੰ ਆਪਾਂ ਪਲੱਸ। ਮੰਨ ਲਓ ਪ੍ਰਤੀਬਿੰਬ ਜਿਹੜਾ ਵਾ ਇਹ ਬਣਦਾ ਪਿਆ 30 ਸੈਂਟੀਮੀਟਰ ਦੂਰ ਪੀ ਤੋਂ, ਆਪਾਂ ਕੀ ਦੇਵਾਂਗੇ? +30 ਸੈਂਟੀਮੀਟਰ। ਵਸਤੂ ਤਾਂ ਆਪਾਂ ਨੂੰ ਪਤਾ ਹੀ ਹੈ ਹਮੇਸ਼ਾ ਨੈਗੇਟਿਵ ਹੀ ਆਉਣੀ ਹੈ। ਪ੍ਰਤੀਬਿੰਬ ਜਿਹੜਾ ਵਾ ਇਸ ਦੀ ਦੂਰੀ ਪਲੱਸ ਵੀ ਹੋ ਸਕਦੀ ਹੈ ਤੇ ਮਾਈਨਸ ਵੀ, ਉੱਪਰ ਪਲੱਸ ਵੱਲ ਤੇ ਥੱਲੇ ਕੋਈ ਚੀਜ਼ ਪਈ ਉਹ ਨੈਗੇਟਿਵ ਲਈ ਹੋਵੇਗੀ। ਠੀਕ ਹੈ, ਇਸ ਨੂੰ ਆਪਾਂ ਇਹਨਾਂ ਦੇ ਸਾਈਨ ਕਨਵੈਨਸ਼ਨ ਕਹਿੰਦੇ ਹਾਂ। ਅੱਗੇ ਆ ਜਾਂਦਾ ਦਰਪਣ ਸੂਤਰ ਜਾਂ ਦਰਪਣ ਫਾਰਮੂਲਾ, ਜਿਹਨੂੰ ਮਿਰਰ ਫਾਰਮੂਲਾ ਕਹਿੰਦੇ ਆ, ਅਤੇ ਵਰਦਰਸ਼ਨ ਦੇ ਬਾਰੇ। ਮਿਰਰ ਫਾਰਮੂਲਾ ਚਾਹੇ ਉਹ ਕਨਕੇਵ ਮਿਰਰ ਆ ਚਾਹੇ ਕਨਵੈਕਸ ਮਿਰਰ ਆ, ਯਾਨੀ ਕਿ ਅਵਤਲ ਅਤੇ ਉੱਤਲ ਦਰਪਣ ਵਾਸਤੇ ਫਾਰਮੂਲਾ ਸੇਮ ਆ। ਫਾਰਮੂਲਾ ਹੈ ਸਾਡੇ ਕੋਲ 1/v + 1/u ਬਰਾਬਰ 1/f। ਹੁਣ v ਕੀ ਹੁੰਦਾ ਤੇ u ਕੀ ਹੁੰਦਾ? ਵਸਤੂ ਦੀ ਜਿਹੜੀ ਦੂਰੀ ਆ ਕਿੱਥੋਂ? ਉਹਦੇ ਪੀ ਤੋਂ, ਯਾਨੀ ਕਿ ਸ਼ੀਰਸ਼ ਤੋਂ ਜਾਂ ਧਰੁਵ ਤੋਂ ਵਸਤੂ ਦੀ ਦੂਰੀ ਉਹਨੂੰ u ਕਿਹਾ ਜਾਂਦਾ। ਠੀਕ ਆ, ਜੇ ਆਪਾਂ ਪਿੱਛੇ ਤੇ ਦੇਖੀਏ, ਜਿਹੜਾ ਆ ਜਿਵੇਂ ਧਰੁਵ ਆ ਪੀ ਆ, ਇਸ ਤੋਂ ਆ ਵਸਤੂ ਪਿਆ ਵਾ, ਇਸ ਦੀ ਦੂਰੀ ਨੂੰ ਆਪਾਂ ਕੀ ਲਿਖਦੇ ਆ? u। ਤੇ ਪੀ ਤੋਂ ਪ੍ਰਤੀਬਿੰਬ ਦੀ ਦੂਰੀ ਨੂੰ ਕੀ ਮੰਨਿਆ ਜਾਂਦਾ? v। ਠੀਕ ਆ, ਉਹ ਪਲੱਸ ਮਾਈਨਸ ਤਾਂ ਮੈਂ ਦੱਸਤਾ ਵੀ ਪਲੱਸ ਕਦੋਂ ਆਏਗਾ ਤੇ ਮਾਈਨਸ ਕਦੋਂ ਆਵੇਗਾ। ਠੀਕ ਆ, ਤੇ ਜਿਹੜੀ ਫੋਕਸ ਦੂਰੀ ਆ, ਆਪਣੀ ਪਹਿਲੀ ਵੀਡੀਓ 'ਚ ਆਪਾਂ ਸਮਝਿਆ ਸੀ ਫੋਕਸ ਦੂਰੀ ਹੁੰਦੀ ਆ ਐਫ ਅਤੇ ਪੀ ਦੇ ਵਿਚਕਾਰ ਦੂਰੀ ਨੂੰ ਫੋਕਸ ਦੂਰੀ ਕਿਹਾ ਜਾਂਦਾ। ਜਿਹੜੀ ਫੋਕਸ ਦੂਰੀ ਆ ਉਹਨੂੰ ਆਪਾਂ ਛੋਟੇ ਐਫ ਨਾਲ ਦਰਸਾਉਂਦੇ ਆ। ਇਹਦਾ ਫਾਰਮੂਲਾ ਹੈਗਾ ਸਾਡੇ ਕੋਲ 1/v + 1/u = 1/f। ਇਸ ਤੋਂ ਬਾਅਦ ਆ ਗਿਆ ਵਰਦਰਸ਼ਨ, ਜਿਹਨੂੰ ਕਿਹਾ ਜਾਂਦਾ ਮੈਗਨੀਫਿਕੇਸ਼ਨ। ਵਰਦਰਸ਼ਨ ਹੁੰਦਾ ਕੀ ਆ? ਦੇਖੋ, ਜਿਵੇਂ ਆਪਾਂ ਪੜ੍ਹਿਆ ਸੀ ਜਿਹੜਾ ਕਨਕੇਵ ਮਿਰਰ ਆ ਇਹ ਡਾਕਟਰ ਯੂਜ਼ ਕਰਦੇ ਆ ਕਾਹਦੇ ਵਾਸਤੇ? ਵੀ ਜਿਹੜੀ ਛੋਟੀ ਚੀਜ਼ ਨੂੰ ਵੱਡਾ ਦੇਖਣ ਵਾਸਤੇ। ਹੁਣ ਪ੍ਰਤੀਬਿੰਬ ਵਸਤੂ ਤੋਂ ਕਿੰਨੇ ਗੁਣਾ ਵੱਡਾ ਬਣਦਾ ਹੈ ਉਸ ਨੂੰ ਆਪਾਂ ਕਹਿੰਦੇ ਵਰਦਰਸ਼ਨ। ਹੋ ਸਕਦਾ ਜੇ ਵਸਤੂ ਦਾ ਸਾਈਜ਼ ਪ੍ਰਤੀਬਿੰਬ ਦੇ ਸਾਈਜ਼ ਦੇ ਬਰਾਬਰ ਹੈ, ਦੋਵਾਂ ਦਾ ਸਾਈਜ਼ ਬਰਾਬਰ ਹੈ, ਤੇ ਫਿਰ m ਯਾਨੀ ਕਿ ਵਰਦਰਸ਼ਨ, ਜਿਹਨੂੰ ਆਪਾਂ m ਕਹਿੰਦਾ ਮੈਗਨੀਫਿਕੇਸ਼ਨ, ਤੇ ਉਹਨੂੰ ਉਹ ਕਿੰਨਾ ਹੁੰਦਾ? 1। ਜੇ ਪ੍ਰਤੀਬਿੰਬ ਦਾ ਸਾਈਜ਼ ਵਸਤੂ ਦੇ ਸਾਈਜ਼ ਤੋਂ ਵੱਡਾ ਹੈ ਤੇ m ਦਾ ਮੁੱਲ 1 ਤੋਂ ਜ਼ਿਆਦਾ ਹੋਵੇਗਾ। ਜੇ ਵਸਤੂ ਦਾ ਪ੍ਰਤੀਬਿੰਬ ਦਾ ਸਾਈਜ਼ ਵਸਤੂ ਦੇ ਸਾਈਜ਼ ਤੋਂ ਛੋਟਾ ਹੈ ਤਾਂ ਆਪਾਂ ਕਹਾਂਗੇ m 1 ਤੋਂ ਘੱਟ ਹੈ, ਯਾਨੀ 1 ਤੋਂ ਘੱਟ ਮਤਲਬ 0.5 0.6 ਕੁਛ ਵੀ ਹੋ ਸਕਦਾ ਹੈ। ਠੀਕ ਹੈ, ਜੇ 1 ਤੋਂ ਵੱਧ ਹੋਗਾ, ਜੇ ਆਪਾਂ ਇਸ ਲਾਈਨ ਦੇ ਵਿੱਚ ਆ ਕੇ ਸਮਝੀਏ, ਜੇ ਮੰਨ ਲਓ ਇਹ 1 ਹੈ m, ਜੇ ਪ੍ਰਤੀਬਿੰਬ ਵੱਡਾ ਹੈ ਉਹਦਾ m ਦਾ ਮੁੱਲ 1 ਤੋਂ ਜ਼ਿਆਦਾ ਹੋਵੇਗਾ, ਜੇ ਪ੍ਰਤੀਬਿੰਬ ਛੋਟਾ ਹੈ ਉਹਦਾ ਜਿਹੜਾ m ਦਾ ਮੁੱਲ 1 ਤੋਂ
घट होगा, यानी कि स्मॉल साइज है तो m तो घट, जे लार्ज साइज है तो m तो वध, ते एक दा मतलब हुंदा है वस्तु अते प्रतिबिंब, यानी कि ऑब्जेक्ट ते इमेज दोवां दा साइज की है, सेम है। ते इनू आपां समझण वास्ते एक फार्मूला साडे कोल है, m दा फार्मूला हुंदा वा प्रतिबिंब दी ऊंचाई यानी कि हाइट ऑफ इमेज ओवर वस्तु की ऊंचाई यानी कि हाइट ऑफ ऑब्जेक्ट, इमेज की हाइट ओवर ऑब्जेक्ट की हाइट। तो एक दा फार्मूला होर हुंदा है m दा, ये बराबर हुंदा है -v/u। u की आ ते v की है, मैं दस चुका। u हुंदा है p तो वस्तु की दूरी ते v हुंदा है अपना u तो प्रतिबिंब की दूरी। ये फार्मूला वेख के आपां प्रतिबिंब के बारे जिहड़ा जानकारी कर सकते हैं। ਇਹਦੇ ਨਾਲ ਰਿਲੇਟਡ ਬੇਟਾ ਆਪਣੇ ਕੁਝ ਨਿਊਮੈਰੀਕਲਸ ਕੁਝ ਸਵਾਲ ਹਨ, ਇਹਨਾਂ ਨੂੰ ਆਪਾਂ ਚੈਪਟਰ ਦੇ ਐਂਡ ਵਿੱਚ ਕਰਾਂਗੇ, ਠੀਕ ਹੈ। ਯਾਨੀ ਕਿ ਮਿਰਰ ਦੇ ਵਾਸਤੇ ਤੁਹਾਨੂੰ ਮੈਂ ਬਾਕੀ ਸਾਰਾ ਸਮਝਾਤਾ ਹੈ, ਸਿਰਫ ਜਿਹੜੇ ਕੁਐਸਚਨ ਰਹਿ ਗਏ ਹਨ ਇਹ ਆਪਾਂ ਆਪਣੀ ਜਦੋਂ ਚੈਪਟਰ ਖਤਮ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਫਿਰ ਮਿਰਰ ਤੇ ਲੈਂਸ ਇਹਨਾਂ ਦੇ ਨਿਊਮੈਰੀਕਲਸ ਆਪਾਂ ਸਮਝਾਂਗੇ। ਹੁਣ ਆਪਣੇ ਕੋਲ ਆ ਗਿਆ ਚੈਪਟਰ ਦਾ ਸੈਕਿੰਡ ਪਾਰਟ, ਪ੍ਰਕਾਸ਼ ਦਾ ਅਪਵਰਤਨ। ਇਹ ਚੈਪਟਰ ਦਾ ਸੈਕਿੰਡ ਪਾਰਟ ਹੈ, ਠੀਕ ਆ, ਜਿਹਨੂੰ ਆਪਾਂ ਕੀ ਕਹਿੰਦੇ ਆ, ਰਿਫਰੈਕਸ਼ਨ ਆਫ ਲਾਈਟ। ਪਹਿਲਾਂ ਪੜ੍ਹਿਆ ਸੀ ਆਪਾਂ ਰਿਫਰੈਕਸ਼ਨ, ਰਿਫਲੈਕਸ਼ਨ ਆਪਾਂ ਪੜ੍ਹ ਚੁੱਕੇ ਹਾਂ, ਪਰਾਵਰਤਨ। ਹੁਣ ਹੈਗਾ ਰਿਫਰੈਕਸ਼ਨ ਆਫ ਲਾਈਟ, ਅਪਵਰਤਨ। ਪਰਾਵਰਤਨ ਤੇ ਅਪਵਰਤਨ ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਵੀ ਕਰਨੀ ਆ। ਪਰਾਵਰਤਨ ਵਿੱਚ ਇੱਕੋ ਮਾਧਿਅਮ ਸੀ, ਜਿਵੇਂ ਲਾਈਟ ਆਈ ਵੱਜੀ ਉਸੇ ਮਾਧਿਅਮ 'ਚ ਵਾਪਸ ਚਲੀ ਗਈ। ਅਪਵਰਤਨ ਦੇ ਵਿੱਚ ਦੋ ਮਾਧਿਅਮ ਦੀ ਗੱਲ ਕੀਤੀ ਜਾਂਦੀ ਆ। ਜਦੋਂ ਲਾਈਟ ਇੱਕ ਮੀਡੀਅਮ ਜਾਂ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ 'ਚ ਜਾਂਦੀ ਆ, ਉਸ ਦੇ ਵਿੱਚ ਕੀ ਬਦਲਾਵ ਆਉਂਦਾ ਵਾ ਜਾਂ ਕੀ ਕੁਝ ਹੁੰਦਾ ਹੈ, ਉਸ ਨੂੰ ਆਪਾਂ ਇਸ ਪਾਰਟ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਮਾਧਿਅਮ ਕੁਛ ਵੀ ਹੋ ਸਕਦਾ, ਜਿਵੇਂ ਮਾਧਿਅਮ ਏਅਰ ਵੀ ਹੋ ਸਕਦੀ, ਵਾਟਰ ਪਾਣੀ ਵੀ। ਇਸ ਤੋਂ ਇਲਾਵਾ ਮਾਧਿਅਮ ਜਿਹੜਾ ਵਾ ਉਹ ਗਲਾਸ ਯਾਨੀ ਕਿ ਕੱਚ, ਕੁਛ ਵੀ ਹੋ ਸਕਦਾ। ਫਿਰ ਉਹਨਾਂ ਦੀ ਮੋਟਾਈ ਕਿੰਨੀ ਆ, ਵੱਖ ਵੱਖ ਤਰ੍ਹਾਂ ਦੇ ਮਾਧਿਅਮ ਹੁੰਦੇ ਆ। ਪਰ ਤੁਸੀਂ ਸਮਝੋ ਵੀ ਜਦੋਂ ਲਾਈਟ, ਜਦੋਂ ਪ੍ਰਕਾਸ਼ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ 'ਚ ਜਾਵੇਗਾ ਤਾਂ ਉਸ ਦੇ ਵਿੱਚ ਕੀ ਕੁਝ ਚੇਂਜ ਹੁੰਦੀ ਆ, ਉਸ ਨੂੰ ਆਪਾਂ ਪੜ੍ਹਾਂਗੇ ਤਾਂ ਉਸ ਨੂੰ ਕੀ ਕਹਿੰਦੇ ਹਨ, ਅਪਵਰਤਨ ਜਾਂ ਰਿਫਰੈਕਸ਼ਨ ਆਫ ਲਾਈਟ। ਇਹ ਸਮਝਣ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਦੋ ਡਾਇਗਰਾਮ ਤੁਹਾਨੂੰ ਲੈ ਕੇ ਤੁਹਾਨੂੰ ਪਹਿਲਾਂ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਵੀ ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਜਾਂਦੀ ਆ ਤੇ ਇਹ ਪ੍ਰਕਾਸ਼ ਦੀ ਕਿਰਨ ਆਪਣੇ ਪੱਥ ਤੋਂ, ਆਪਣੇ ਰਸਤੇ ਤੋਂ ਮੁੜ ਜਾਂਦੀ ਹੈ, ਠੀਕ ਹੈ। ਇੰਨੀ ਚੀਜ਼ ਯਾਦ ਰੱਖਿਓ, ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ 'ਚ ਜਾਂਦੀ ਆ ਤੇ ਇਹ ਆਪਣੇ ਰਸਤੇ ਤੋਂ ਕੀ ਹੁੰਦਾ ਵਾ, ਮੁੜ ਜਾਂਦੀ ਆ। ਇਹਨੂੰ ਆਪਾਂ ਪਹਿਲਾਂ ਇੱਕ ਦੋ ਡਾਇਗਰਾਮ ਦੀ ਮਦਦ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤੇ ਫਿਰ ਆਪਾਂ ਇਹਨੂੰ ਪੜ੍ਹਾਂਗੇ। ਜਿਵੇਂ ਦੇਖੋ ਇੱਕ ਬਹੁਤ ਹੀ ਜ਼ਿਆਦਾ ਸਿੰਪਲ ਆਪਾਂ ਡਾਇਗਰਾਮ ਲੈ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮੰਨ ਲਓ ਇਹ ਆਪਣੇ ਕੋਲ ਇੱਕ ਛੋਟਾ ਟੱਬ ਹੈ, ਠੀਕ ਹੈ। ਇੱਧਰ ਆਪਾਂ ਉਸ ਨੂੰ ਦੇਖ ਰਹੇ ਹਾਂ, ਮੰਨ ਲਓ ਇਹ ਕਿਸੇ ਮਨੁੱਖ ਦੀ ਅੱਖ ਹੈ, ਠੀਕ ਹੈ। ਹੁਣ ਕੀ ਕੀਤਾ ਆਪਾਂ, ਇਸ ਟੱਬ ਵਿੱਚ ਇੱਕ ਕੋਇਨ, ਇੱਕ ਸਿੱਕਾ ਰੱਖਤਾ। ਮੰਨ ਲਓ ਆਪਾਂ ਇੱਕ ਸਿੱਕਾ ਰੱਖਤਾ, ਠੀਕ। ਇਹ ਜਿਹੜਾ ਸਿੱਕਾ ਵਾ ਇਸ ਦੇ ਵਿੱਚ ਪ੍ਰਕਾਸ਼ ਦਾ ਕਿਰਨਾਂ ਨਿਕਲ ਰਹੀਆਂ, ਸੌਰੀ ਆਪਾਂ ਪਹਿਲਾਂ ਅਰੇਜ਼ ਕਰੀਏ। ਇਸ ਵਿੱਚ ਦੇਖੋ ਪ੍ਰਕਾਸ਼ ਦੀ ਕਿਰਨ ਨਿਕਲ ਰਹੀ ਹੈ। ਮੰਨ ਲਓ ਪ੍ਰਕਾਸ਼ ਦੀ ਕਿਰਨ ਜਿਹੜੀ ਇੱਧਰ ਜਾ ਰਹੀ ਹੈ, ਜਾਂ ਆਪਾਂ ਇਸ ਤਰ੍ਹਾਂ ਦੀ ਗੱਲ ਕਰੀਏ, ਪ੍ਰਕਾਸ਼ ਦੀ ਕਿਰਨ ਜਿਹੜੀ ਹੈ ਇੱਧਰ ਨੂੰ ਜਾ ਰਹੀ ਹੈ। ਇਹ ਸਾਨੂੰ ਜਿਹੜਾ ਵਾ ਸਿੱਕਾ ਜਿਹੜਾ ਵਾ ਸਾਨੂੰ ਦਿਖਾਈ ਨਹੀਂ ਦੇ ਰਿਹਾ, ਕਿਉਂਕਿ ਇਹ ਪ੍ਰਕਾਸ਼ ਦੀਆਂ ਕਿਰਨਾਂ ਜਿਹੜੀਆਂ ਸਾਡੇ ਤੋਂ, ਅੱਖ ਤੋਂ ਦੂਰ ਵੱਲ ਜਾ ਰਹੀਆਂ ਨੇ, ਕਲੀਅਰ। ਹੁਣ ਕੀ ਕੀਤਾ, ਹੁਣ ਆਪਾਂ ਇਸ ਟੱਬ ਵਿੱਚ ਕੀ ਕੀਤਾ, ਆਪਾਂ ਇਸ ਟੱਬ 'ਚ ਪਾਣੀ ਭਰਤਾ। ਹੁਣ ਦੇਖੋ ਆਹ ਮਾਧਿਅਮ ਪਾਣੀ ਆ ਤੇ ਇਸ ਦੇ ਬਾਹਰ ਜਿਹੜਾ ਮਾਧਿਅਮ ਆ, ਹੁਣ ਦੇਖੋ ਇਹਦੇ ਵਿੱਚ ਕਿਹੜਾ ਮਾਧਿਅਮ ਆ ਗਿਆ, ਇਹ ਆ ਗਿਆ ਵਾਟਰ, ਤੇ ਬਾਹਰਲੇ ਪਾਸੇ ਕਿਹੜਾ ਮਾਧਿਅਮ ਆ, ਏਅਰ, ਹਵਾ। ਹੁਣ ਕੀ ਹੋ ਰਿਹਾ ਵਾ, ਹੁਣ ਪ੍ਰਕਾਸ਼ ਦੀ ਕਿਰਨ ਇਹ ਤੋਂ ਜਾ ਰਹੀ ਹੈ, ਇੱਧਰ ਲਾਈਟ ਪਈ, ਇਹ ਵੱਜ ਕੇ ਲਾਈਟ ਬੈਂਡ ਕਰ ਗਈ। ਜੇ ਆਪਾਂ ਨੂੰ ਦੇਖੀਏ
ਇਹਨੂੰ ਆਪਾਂ ਡਾਇਗਰਾਮ ਦੁਬਾਰਾ ਇੱਧਰ ਬਣਾਈਏ ਤਾਂ ਜ਼ਿਆਦਾ ਸੌਖਾ ਸਮਝ ਲੱਗੇਗੀ। ਇਹ ਟੱਬ ਸੀ, ਇਹਦੇ ਵਿੱਚ ਸਿੱਕਾ ਸੀ, ਇੱਧਰ ਸਾਰਾ ਪਾਣੀ ਭਰਤਾ, ਠੀਕ ਹੈ। ਇੱਥੋਂ ਲਾਈਟ ਜਿਹੜੀ ਆ ਉਹ ਆਈ, ਵੈਸੇ ਸਿੱਧੀ ਜਾਣੀ ਸੀ ਪਰ ਮਾਧਿਅਮ ਬਦਲ ਗਿਆ, ਜਿਸ ਕਰਕੇ ਪਹਿਲੋਂ ਇਹ ਅੱਖ ਤੋਂ ਦੂਰ ਜਾਣ ਡਈ ਸੀ, ਇਹ ਹੁਣ ਅੱਖ ਨੂੰ ਆ ਗਈ। ਜਦੋਂ ਆਪਾਂ ਇਹਨੂੰ ਵਾਪਸ ਇੱਧਰ ਨੂੰ ਮਿਲਾਉਂਦੇ ਆ, ਇੱਥੇ ਆਣ ਕੇ ਮਿਲ ਗਈ। ਜਿਹੜਾ ਸਿੱਕਾ ਪਹਿਲੋਂ ਆਪਾਂ ਨੂੰ ਦਿਖਾਈ ਨਹੀਂ ਸੀ ਦੇ ਰਿਹਾ, ਪਾਣੀ ਪਾਉਣ ਦੇ ਨਾਲ ਉਹ ਸਿੱਕਾ ਦਿਸਣ ਲੱਗ ਪਿਆ। ਜਿਹੜੀ ਉਹਦੀ ਪਹਿਲੀ ਪੋਜੀਸ਼ਨ ਸੀ, ਠੀਕ ਹੈ, ਇਹਨੂੰ ਆਪਾਂ ਕਹਿੰਦੇ ਜਿਹੜਾ ਉਹਦਾ ਆਬਜੈਕਟ ਜਿੱਥੇ ਪਿਆ ਸੀ, ਯਾਨੀ ਕਿ ਜਿੱਥੇ ਉਹ ਵਸਤੂ ਪਈ ਸੀ, ਇਹ ਉਹਦਾ ਬਣ ਗਿਆ ਇਮੇਜ। ਉਹਦਾ ਇਮੇਜ ਜਿਹੜਾ ਵਾ, ਉਹਦਾ ਜਿਹੜਾ ਪ੍ਰਤੀਬਿੰਬ ਆ, ਇਹ ਜਿਹੜਾ ਵਾ ਉੱਪਰ ਨੂੰ ਬਣਿਆ ਤੇ ਨਾਲੇ ਆਪਾਂ ਨੂੰ ਸਿੱਕਾ ਦਿਖਾਈ ਦੇਣ ਲੱਗ ਪਿਆ। ਇਸ ਦਾ ਮਤਲਬ ਕੀ ਆ, ਹੋਇਆ ਕੀ ਅਸਲ ਦੇ ਵਿੱਚ, ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਮਾਧਿਅਮ ਦੂਜੇ ਮਾਧਿਅਮ 'ਚ ਗਈ, ਵੈਸੇ ਉਹਨੇ ਸਿੱਧਾ ਜਾਣਾ ਸੀ, ਉਹ ਆਪਣੇ ਪੱਥ ਤੋਂ ਮੁੜ ਗਈ। ਜੇ ਆਪਾਂ ਵੈਸੇ ਗੱਲ ਕਰੀਏ ਤੇ ਵੈਸੇ ਲਾਈਟ ਜਿਹੜੀ ਇੱਥੇ ਆ ਰਹੀ ਸੀ ਸਿੱਧੀ ਜਾਣੀ ਸੀ, ਠੀਕ ਆ, ਪਰ ਮਾਧਿਅਮ ਬਦਲਣ ਕਰਕੇ ਲਾਈਟ ਮੁੜ ਗਈ ਤੇ ਉਹ ਸਿੱਕਾ ਆਪਣੇ ਤੋਂ ਆਪਾਂ ਨੂੰ ਉੱਪਰਲੀ ਥਾਂ ਦੇ ਉੱਪਰ ਦਿਖਿਆ ਤੇ ਨਾਲੇ ਉਹੀ ਸਿੱਕਾ ਆਪਾਂ ਨੂੰ ਦਿਖਾਈ ਦੇਣਾ ਸ਼ੁਰੂ ਹੋ ਗਿਆ। ਉਮੀਦ ਹੈ ਕਿ ਤੁਹਾਨੂੰ ਇਹ ਚੀਜ਼ ਸਮਝ ਲੱਗੀ ਹੋਵੇਗੀ। ਇਹ ਕਿਉਂ ਹੋਇਆ? ਪ੍ਰਕਾਸ਼ ਦੇ ਅਪਵਰਤਨ ਦੇ ਕਰਕੇ, ਠੀਕ ਹੈ। ਹੁਣ ਆਪਾਂ ਇਸੇ ਤਰ੍ਹਾਂ ਹੀ ਜਦੋਂ ਆਪਾਂ ਕੋਈ ਪੈਨਸਲ ਰੱਖਦੇ ਹਾਂ, ਕਿਸੇ ਵੀ ਆਪਾਂ ਮਤਲਬ ਕਿ ਟੱਬ ਲਿਆ, ਆਪਾਂ ਉਹਦੇ 'ਚ ਪੈਨਸਲ ਰੱਖੀ, ਉਹ ਵੀ ਸਾਨੂੰ ਜਿਹੜੀ ਆ ਮੁੜੀ ਹੋਈ ਦਿਖਾਈ ਦਿੰਦੀ ਹੈ, ਠੀਕ ਹੈ। ਉਹਨੂੰ ਵੀ ਆਪਾਂ ਜੇ ਡਾਇਗਰਾਮ 'ਚ ਸਮਝਣ ਦੀ ਕੋਸ਼ਿਸ਼ ਕਰੀਏ ਤੇ ਆਪਾਂ ਨੂੰ ਇੱਕ ਪੈਨਸਲ ਜਿਹੜੀ ਆ ਉਹ ਵੀ ਮੁੜੀ ਦਿਖਾਈ ਦਿੰਦੀ। ਉਹਦਾ ਵੀ ਕਾਰਨ ਇਹੋ ਹੀ ਆ, ਕਿਉਂਕਿ ਪ੍ਰਕਾਸ਼ ਦੀ ਕਿਰਨ ਜਦੋਂ ਇੱਕ ਮਾਧਿਅਮ ਦੂਜੇ ਮਾਧਿਅਮ ਜਾਂਦੀ ਹੈ ਤੇ ਇਹ ਆਪਣੇ ਪੱਥ ਤੋਂ ਮੁੜ ਜਾਂਦੀ ਹੈ। ਹੁਣ ਆਪਾਂ ਨੂੰ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ ਸਲੈਬ ਦੇ ਵਿੱਚ। ਜਿਵੇਂ ਦੇਖੋ, ਇਹ ਕੱਚ ਦੀ ਸਲੈਬ ਸਾਡੇ ਕੋਲ ਸੀ। ਹੁਣ ਜਿਹੜਾ ਕੱਚ ਦੀ ਸਲੈਬ ਹੈ, ਜਿਹੜਾ ਆਹ ਵਾਲਾ ਮੀਡੀਅਮ ਹੈ, ਇਹ ਕੀ ਹੈ? ਏਅਰ, ਹਵਾ। ਆਹ ਮੀਡੀਅਮ ਹੈ ਕੱਚ, ਯਾਨੀ ਕਿ ਗਲਾਸ। ਪ੍ਰਕਾਸ਼ ਦੀ ਕਿਰਨ ਆਈ, ਜੇ ਮਾਧਿਅਮ ਇੱਕ ਹੁੰਦਾ ਇਹ ਸਿੱਧੀ ਚਲੀ ਜਾਣੀ ਸੀ, ਜਿਵੇਂ ਆਹ ਡਾਟਡ ਲਾਈਨ ਸ਼ੋ ਕੀਤੀ ਆ, ਇਹ ਲਾਈਟ ਜਾਣੀ ਸੀ ਸਿੱਧੀ, ਸਮਝ ਲੱਗ ਰਹੀ। ਪਰ ਗਲਾਸ ਆਉਣ ਦੇ ਕਰਕੇ ਇਹ ਜਿਹੜੀ ਲਾਈਟ ਹੈ, ਇਹਦੀ ਕਿਰਨ ਜਿਹੜੀ ਆ ਆਪਣੇ ਪੱਥ ਤੋਂ ਮੁੜ ਗਈ, ਠੀਕ ਹੈ। ਇਸ ਤੋਂ ਬਾਅਦ ਫਿਰ ਦੇਖੋ, ਕੱਚ ਤੋਂ ਫਿਰ ਹਵਾ ਵੱਲ ਜਾਣ ਡਈ ਆ, ਠੀਕ ਹੈ। ਇਹ ਫਿਰ ਜਿਹੜੀ ਆ ਆਪਣੇ ਮਾਧਿਅਮ ਤੋਂ ਫਿਰ ਥੋੜ੍ਹੀ ਜਿਹੀ ਮੁੜ ਗਈ। ਆਹ ਜਿਹੜੀ ਰੇਖਾ ਵਾ, ਇਹਨੂੰ ਆਪਾਂ ਕਹਿੰਦੇ ਨਾਰਮਲ ਰੇ ਜਾਂ ਅਭਿਲੰਬ। ਇਹ ਕਿਰਨ ਆਪਾਂ ਪੜ੍ਹੀ ਸੀ ਕਿਹੜੀ? ਆਪਾਤੀ ਕਿਰਨ। ਜਿਹੜਾ ਆਹ ਵਾਲਾ ਕੋਣ ਬਣਿਆ, ਇਹ ਹੈਗਾ ਆਪਾਤੀ ਕੋਣ, ਤੇ ਆਹ ਜਿਹੜਾ ਕੋਣ ਬਣਿਆ, ਇਹ ਬਣਿਆ ਆਰ ਜਾਂ ਰਿਫਲੈਕਟਡ ਕੋਣ ਜਾਂ ਅਪਵਰਤਿਤ ਕੋਣ, ਠੀਕ ਆ। ਉਹਦੇ 'ਚ ਪਰਿਵਰਤਨ ਸੀ, ਇਹਦੇ 'ਚ ਅਪਵਰਤਨ। ਹੁਣ ਕੀ ਹੋਇਆ? ਆਪਾਂ ਪੜ੍ਹਿਆ ਸੀ, ਜਿਹੜਾ ਪਹਿਲਾਂ ਪੜ੍ਹਿਆ ਸੀ ਆਪਾਂ ਨਿਯਮ ਪਰਾਵਰਤਨ ਦੇ ਵਿੱਚ, ਉਹ ਕੀ ਹੋ ਗਿਆ ਵਾ? ਉਹ ਤਾਂ ਹੈਗਾ ਸੀ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਵੀ ਕੋਣ ਆਈ ਕੋਣ ਆਰ ਦੇ ਬਰਾਬਰ ਹੁੰਦਾ। ਹੁਣ ਇਹਦੇ 'ਚ ਜਦੋਂ ਇਹ ਆਪਣੀ ਕਿਰਨ ਜਦੋਂ ਵਾਪਸ ਆ ਗਈ, ਉਦੋਂ ਵੀ ਦੋ ਕੋਣ ਬਣੇ ਆ। ਪਰ ਤੁਸੀਂ ਕੀ ਦੇਖੋਗੇ, ਇਹਦੇ ਵਿੱਚ ਕੀ ਹੁੰਦਾ ਵਾ? ਇਹਦੇ 'ਚ ਕੋਣ ਬਰਾਬਰ ਨਹੀਂ ਰਹਿੰਦੇ, ਕੋਣ ਬਰਾਬਰ ਨਹੀਂ ਰਹਿੰਦੇ। ਜੇ ਆਪਾਂ ਇਹਨੂੰ ਇਸ ਤਰ੍ਹਾਂ ਡਾਇਗਰਾਮ ਨੂੰ ਦੁਬਾਰਾ ਸਮਝਣ ਦੀ ਕੋਸ਼ਿਸ਼ ਕਰੀਏ, ਆਹ ਦੇਖੋ, ਇਹ ਮੰਨ ਲਓ ਇੱਕ ਸਲੈਬ ਹੈ, ਇਹਦੇ ਉੱਪਰ ਹੈਗਾ ਏਅਰ, ਥੱਲੇ ਹੈਗਾ ਗਲਾਸ। ਆਹ ਲਾਈਟ ਰੇ ਆਈ, ਵੈਸੇ ਲਾਈਟ ਕਿੱਥੇ ਜਾਣੀ ਸੀ? ਸਿੱਧੀ, ਠੀਕ ਹੈ। ਇਹ ਆਪਣੇ ਪੱਥ ਤੋਂ ਮੁੜ ਗਈ, ਠੀਕ ਹੈ। ਜਿਹਨੂੰ ਆਪਾਂ ਇੱਥੇ ਬਣਾਈਏ ਨਾਰਮਲ ਰੇ। ਨਾਰਮਲ ਰੇ ਹੁੰਦੀ ਆ ਜਿਹਨੂੰ ਆਪਾਂ ਕਹਿੰਦੇ ਆ, ਸੌਰੀ ਇਸ ਨੂੰ ਡਾਇਗਰਾਮ ਬਣਾਉਣਾ ਥੋੜ੍ਹਾ ਇੱਥੇ ਬੋਰਡ ਦੇ ਉੱਪਰ ਸਹੀ ਨਹੀਂ ਹੁੰਦਾ। ਆਹ ਨਾਰਮਲ ਰੇ ਆ। ਹੁਣ ਲਾਈਟ ਦੀ ਰੇ ਆਈ, ਇਹ ਜਦੋਂ ਇੱਕ ਮਾਧਿਅਮ ਦੂਜੇ ਮਾਧਿਅਮ 'ਚ ਗਈ, ਇਹ ਮੁੜ ਗਈ। ਤੁਸੀਂ ਧਿਆਨ ਨਾਲ ਦੇਖਿਓ, ਇਹਦੇ 'ਚ ਕੀ ਹੁੰਦਾ ਵਾ? ਆਹ ਜਿਹੜਾ ਕੋਣ ਹੈ ਆਈ, ਇਹ ਕੋਣ ਵੱਡਾ ਤੇ ਆਰ ਕੋਣ ਉਹਦੇ ਮੁਕਾਬਲੇ ਛੋਟਾ, ਕਿਉਂਕਿ ਜਦੋਂ ਪ੍ਰਕਾਸ਼ ਦੀ ਕਿਰਨ, ਏਅਰ ਹੈ ਜਿਹਨੂੰ ਆਪਾਂ ਕਹਿੰਦੇ ਵਿਰਲਾ ਮਾਧਿਅਮ, ਵਿਰਲਾ ਮਾਧਿਅਮ ਹੁੰਦਾ ਹੈ ਰੇਅਰਰ ਮੀਡੀਅਮ। ਗਲਾਸ ਹੈ ਉਹਦੇ ਮੁਕਾਬਲੇ ਸੰਘਣਾ, ਸੰਘਣਾ ਜਿਹਨੂੰ ਆਪਾਂ ਕਹਿੰਦੇ ਆ ਡੈਂਸਰ ਮੀਡੀਅਮ।
ਜਦੋਂ ਲਾਈਟ ਰੇਅਰ ਤੋਂ ਡੈਂਸ ਮੀਡੀਅਮ ਜਾਂਦੀ ਹੈ ਇਹ ਅਭਿਲੰਬ ਦੇ ਵੱਲ ਨੂੰ ਮੁੜਦੀ ਹੈ, ਯਾਨੀ ਕਿ ਆਰ ਦਾ ਕੋਣ ਛੋਟਾ ਹੋ ਜਾਏਗਾ। ਗੱਲ ਸਮਝ ਲੱਗੀ? ਜਦੋਂ ਪ੍ਰਕਾਸ਼ ਦੀ ਕਿਰਨ ਰੇਅਰ ਤੋਂ ਡੈਂਸ ਯਾਨੀ ਕਿ ਵਿਰਲੇ ਤੋਂ ਸੰਘਣੇ ਮਾਧਿਅਮ ਵੱਲ ਜਾਂਦੀ ਹੈ ਤੇ ਇਹ ਅਭਿਲੰਬ ਦੇ ਵੱਲ ਨੂੰ ਮੁੜਦੀ ਹੈ, ਯਾਨੀ ਇਸ ਕੇਸ 'ਚ ਕੋਣ ਆਈ ਕੋਣ ਆਰ ਤੋਂ ਵੱਡਾ ਹੁੰਦਾ ਹੈ। ਤੇ ਇਸ ਤੋਂ ਉਲਟ ਜੇ ਆਪਾਂ ਦੂਜਾ ਸਮਝਣ ਦੀ ਕੋਸ਼ਿਸ਼ ਕਰੀਏ, ਆ ਮੰਨ ਲਓ ਨਾਰਮਲ ਰੇਖਾ, ਆ ਮੰਨ ਲਓ ਪ੍ਰਕਾਸ਼ ਦੀ ਕਿਰਨ ਇੱਧਰ ਪਈ, ਜਦੋਂ ਡੈਂਸ ਤੋਂ ਰੇਅਰ ਵੱਲ ਯਾਨੀ ਕਿ ਸੰਘਣੇ ਤੋਂ ਵਿਰਲੇ ਵੱਲ ਜਾਂਦੀ ਹੈ, ਹੁਣ ਇੱਥੇ ਆਈ ਆਰ ਆ ਤੇ ਆ ਆਰ ਹੈ, ਤੁਸੀਂ ਆਪ ਦੇਖੋ ਆਰ ਇੱਥੇ ਬਹੁਤ ਵੱਡਾ ਦੇ ਮੁਕਾਬਲੇ, ਉਦੋਂ ਆਈ ਦਾ ਮੁੱਲ ਆਰ ਦੇ ਮੁਕਾਬਲੇ ਛੋਟਾ ਹੁੰਦਾ। ਇਹ ਤਾਂ ਪੱਕੀ ਗੱਲ ਹੈ ਵੀ ਪ੍ਰਕਾਸ਼ ਦੀ ਕਿਰਨ ਜਿਹੜੀ ਆ ਉਹਨੇ ਆਪਣਾ ਜਿਹੜਾ ਵਾ ਰਸਤਾ ਤੇ ਉਹਨੇ ਮੁੜਨਾ ਹੀ ਮੁੜਨਾ ਹੈ, ਪਰ ਉਹਨੇ ਕਿੰਨਾ ਮੁੜਨਾ ਹੈ? ਜਦੋਂ ਸੰਘਣੇ ਤੋਂ ਵਿਰਲੇ ਵੱਲ ਜਾਏ ਤੇ ਕੁਝ ਹੋਰ, ਵਿਰਲੇ ਤੋਂ ਸੰਘਣੇ ਵੱਲ ਜਾਏ ਕੁਝ ਹੋਰ। ਜਦੋਂ ਵਿਰਲੇ ਤੋਂ ਰੇਅਰ ਤੋਂ ਡੈਂਸ ਵੱਲ ਜਾਂਦੀ ਹੈ ਉਦੋਂ ਜਿਹੜੀ ਰੇਖਾ ਹੈ ਅਭਿਲੰਬ ਦੇ ਵੱਲ ਨੂੰ ਮੁੜਦੀ ਹੈ, ਤੇ ਜਦੋਂ ਉਹ ਡੈਂਸ ਤੋਂ ਰੇਅਰ ਵੱਲ ਜਾਵੇ ਉਦੋਂ ਪ੍ਰਕਾਸ਼ ਦੀ ਕਿਰਨ ਜੋ ਹੈ ਇਹ ਅਭਿਲੰਬ ਤੋਂ ਯਾਨੀ ਕਿ ਨਾਰਮਲ ਰੇ ਤੋਂ ਦੂਰ ਵੱਲ ਜਾਂਦੀ ਹੈ। ਤੇ ਅਸੀਂ ਦੁਬਾਰਾ ਜੇ ਬੁੱਕ ਦੇ ਵਿੱਚ ਆਈਏ ਇਹ ਤੁਹਾਨੂੰ ਇਸ ਡਾਇਗਰਾਮ ਤੋਂ ਤੁਹਾਨੂੰ ਸਾਰਾ ਪੂਰਾ ਪਤਾ ਲੱਗ ਰਿਹਾ ਹੈ, ਠੀਕ ਹੈ। ਇਹ ਜਿਹੜੀ ਰੇ ਹੈ, ਜਿਹੜੀ ਰੇ ਬਾਹਰ ਨਿਕਲਦੀ ਆ ਇਸ ਨੂੰ ਨਿਰਗਾਮੀ ਕਿਰਨ, ਨਿਰਗਾਮੀ ਰੇਖਾ ਜਾਂ ਨਿਰਗਾਮੀ ਜਾਂ ਇਮਰਜੈਂਟ ਰੇ ਜਿਹੜਾ ਕਿਹਾ ਜਾਂਦਾ, ਜਿਹੜੀ ਆ ਰੇਖਾ ਬਾਹਰ ਆ ਰਹੀ ਆ ਨਿਰਗਾਮੀ ਰੇਖਾ, ਇਹਨੂੰ ਆਪਾਂ ਇਮਰਜੈਂਟ ਰੇ ਕਹਿੰਦੇ ਹਾਂ, ਠੀਕ ਆ। ਇਹ ਬਣਦਾ ਐਂਗਲ ਆਫ ਇਮਰਜੈਂਸ। ਜਿਵੇਂ ਪ੍ਰਕਾਸ਼ ਦੇ ਪਰਾਵਰਤਨ ਦੇ ਦੋ ਨਿਯਮ ਸੀ, ਇਸੇ ਤਰ੍ਹਾਂ ਹੀ ਪ੍ਰਕਾਸ਼ ਦੇ ਅਪਵਰਤਨ ਦੇ, ਯਾਨੀ ਕਿ ਇਹਨੂੰ ਕਹਿੰਦੇ ਆਪਾਂ ਲਾਸ ਆਫ ਰਿਫਰੈਕਸ਼ਨ। ਕੀ ਕਹਿੰਦੇ ਆ? ਲਾਸ ਆਫ ਰਿਫਰੈਕਸ਼ਨ। ਇਹਦੇ ਵੀ ਦੋ ਨਿਯਮ ਹਨ। ਪਹਿਲਾ ਨਿਯਮ ਹੈ ਆਪਾਤੀ ਕਿਰਨ, ਅਪਵਰਤਕ ਕਿਰਨ ਅਤੇ ਦੋਵੇਂ ਮਾਧਿਅਮ ਨੂੰ ਵੱਖ ਕਰਨ ਵਾਲੀ ਸਤ੍ਹਾ ਦੇ ਆਪਤਨ ਬਿੰਦੂ ਉੱਤੇ ਲੰਬ ਸਾਰੇ ਇੱਕ ਹੀ ਤਲ ਵਿੱਚ ਹੁੰਦੇ ਹਨ। ਜੇ ਆਪਾਂ ਇੰਗਲਿਸ਼ ਦੇਖੀਏ, ਇੰਸੀਡੈਂਟ ਰੇ, ਦਾ ਰਿਫਰੈਕਟਡ ਰੇ and the normal at the point of incidence all lie in the same plane। ਦੂਸਰਾ ਨਿਯਮ ਹੈ ਪ੍ਰਕਾਸ਼ ਦੇ ਕਿਸੇ ਨਿਸ਼ਚਿਤ ਰੰਗ ਅਤੇ ਨਿਸ਼ਚਿਤ ਮਾਧਿਅਮ ਦੇ ਜੋੜੇ ਦੇ ਲਈ ਆਪਾਤੀ ਕੋਣ ਦੇ ਸਾਈਨ ਅਤੇ ਅਪਵਰਤਨ ਕੋਣ ਦੇ ਸਾਈਨ ਦਾ ਅਨੁਪਾਤ ਸਥਿਰ ਹੁੰਦਾ ਹੈ। The ratio of sine of angle of incidence to the sine of angle of refraction is constant for a given pair of media। ਕਹਿਣ ਦਾ ਮਤਲਬ ਵੀ ਸਾਈਨ ਆਈ ਹੁੰਦਾ ਐਂਗਲ ਆਫ ਇੰਸੀਡੈਂਸ ਓਵਰ ਸਾਈਨ ਆਰ ਹੁੰਦਾ ਐਂਗਲ ਆਫ ਰਿਫਰੈਕਸ਼ਨ। ਇਹਦਾ ਜਿਹੜਾ ਮੁੱਲ ਆ ਇਹ ਹਮੇਸ਼ਾ ਕੀ ਹੁੰਦਾ? ਕੌਨਸਟੈਂਟ। ਜੇ ਆਪਣਾ ਮੀਡੀਆ ਜਿਹੜਾ ਪੇਅਰ ਆ, ਜੋੜਾ ਆਪਾਂ ਲਿਆ ਵਾ ਉਹ ਸੇਮ ਆ। ਸੇਮ ਕਿਸ ਤਰ੍ਹਾਂ? ਮੰਨ ਲਓ ਆਪਾਂ ਗੱਲ ਕਰ ਰਹੇ ਹਾਂ, ਇੱਕ ਆਪਣੇ ਕੋਲ ਹੈਗਾ ਏਅਰ, ਦੂਜਾ ਹੈਗਾ ਆਪਣੇ ਕੋਲ ਗਲਾਸ, ਯਾਨੀ ਕਿ ਇੱਕ ਪਾਸੇ ਹਵਾ ਦੂਜੇ ਪਾਸੇ ਗਲਾਸ। ਇਹਦਾ ਜੇ ਮੀਡੀਅਮ ਸੇਮ ਆ ਆਪਾਂ ਬਾਰ-ਬਾਰ ਉਹੀ ਹਵਾ ਉਹੀ ਗਲਾਸ ਵਰਤਾਂਗੇ, ਚਾਹੇ ਤੁਸੀਂ ਆਈ ਕੋਣ ਜਿੰਨਾ ਮਰਜ਼ੀ ਵੱਡਾ ਕਰੀ ਜਾਓ, ਆਈ ਕੋਣ ਦਾ ਮੁੱਲ ਜਿੰਨਾ ਮਰਜ਼ੀ ਵਧਾਈ ਜਾਓ, ਤੁਹਾਡਾ ਆਰ ਕੋਣ ਦੇ ਵਿੱਚ ਵੀ ਓਨਾ ਹੀ ਅੰਤਰ ਆਈ ਜਾਵੇਗਾ ਤੇ ਦੋਵਾਂ ਦਾ ਸਾਈਨ ਆਈ ਬਟਾ ਸਾਈਨ ਆਰ ਇਹ ਕੌਨਸਟੈਂਟ ਹੀ ਰਹੇਗਾ, ਇਹ ਸਥਿਰ ਹੀ ਰਹੇਗਾ। ਹਾਂ, ਜੇ ਆਪਾਂ ਮਾਧਿਅਮ ਬਦਲ ਦਿੰਦੇ ਹਾਂ, ਇਹਦਾ ਆਪਾਂ ਜਿਹੜਾ ਮੀਡੀਆ ਇਹਦਾ ਪੇਅਰ ਬਦਲ ਦਿੰਦੇ ਹਾਂ, ਮਤਲਬ ਆਪਾਂ ਗਲਾਸ ਮੋਟਾ ਲੈ ਲਿਆ, ਕੱਚ ਮੋਟਾ ਲੈ ਲਿਆ, ਉਦੋਂ ਇਹਦਾ ਮੁੱਲ ਬਦਲ ਜਾਏਗਾ। ਪਰ ਜੇ ਆਪਾਂ ਕੱਚ ਮੋਟਾ ਹੀ ਰਹਿਣ ਦਿੰਦੇ ਹਾਂ ਤੇ ਫਿਰ ਇਹਦੀ ਵੈਲਿਊ ਕੌਨਸਟੈਂਟ ਹੀ ਰਹੇਗੀ। ਤੇ ਇਹਨਾਂ ਦੋਵਾਂ ਨੂੰ ਆਪਾਂ ਜਿਹੜਾ ਕੌਨਸਟੈਂਟ ਸਥਿਰ ਅੰਕ ਆ, ਇਸ ਸਥਿਰ ਅੰਕ ਨੂੰ ਕੀ ਕਹਿੰਦੇ ਹਨ? ਇਹਨੂੰ ਕਹਿੰਦੇ ਹਨ ਰਿਫਰੈਕਟਿਵ ਇੰਡੈਕਸ ਜਾਂ ਅਪਵਰਤਨ ਅੰਕ। ਜਿਹੜਾ ਸਥਿਰ ਹੈ ਕੌਨਸਟੈਂਟ ਆ, ਇਹਨੂੰ ਵੈਸੇ ਲਿਖਦੇ ਮਿਊ ਦੇ ਨਾਲ ਜਾਂ ਐਨ ਦੇ ਨਾਲ, ਯਾਨੀ ਕਿ ਸਾਈਨ ਆਈ ਬਟਾ ਸਾਈਨ ਆਰ, ਇਹਦੀ ਵੈਲਿਊ ਕਿਹਦੇ ਬਰਾਬਰ ਹੁੰਦੀ ਆ? ਫਿਕਸ ਹੁੰਦੀ ਆ, ਕੌਨਸਟੈਂਟ ਹੁੰਦੀ ਆ। ਜੇ ਆਪਣਾ ਮੀਡੀਆ ਜੋੜਾ ਸੇਮ ਆ ਇਹਨੂੰ ਆਪਾਂ ਮਿਊ ਜਾਂ ਅਪਵਰਤਨ ਅੰਕ ਜਾਂ ਰਿਫਰੈਕਟਿਵ ਇੰਡੈਕਸ ਜਿਹੜਾ ਉਹ ਆਪਾਂ ਕਹਿੰਦੇ ਹਾਂ। ਉਹ ਤੁਹਾਨੂੰ ਗੱਲ ਸਮਝ ਲੱਗੀ? ਮਤਲਬ ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ 'ਚ ਜਾਵੇਗੀ ਉਹਨੇ ਮੁੜਨਾ ਤੇ ਹੈ ਹੀ ਆ, ਪਰ ਜੇ ਮਾਧਿਅਮ ਦੋਵੇਂ ਉਹੀ ਰਹਿੰਦੇ ਹਨ ਤੇ ਉਹਨਾਂ ਦਾ ਫਿਰ ਜਿਹੜਾ ਅਪਵਰਤਨ ਅੰਕ ਆ ਉਹਦਾ ਮੁੱਲ ਬਰਾਬਰ ਰਹਿੰਦਾ ਹੈ। ਜਿਵੇਂ ਇੱਥੇ ਫਾਰਮੂਲਾ ਦਿੱਤਾ N21, N21 ਦਾ ਮੁੱਲ ਹੁੰਦਾ ਹੈ ਵੀ ਮਾਧਿਅਮ ਇੱਕ ਵਿੱਚ ਪ੍ਰਕਾਸ਼ ਦੀ ਚਾਲ, ਜਿਹੜੀ ਚੀਜ਼ ਬਾਅਦ 'ਚ ਲਿਖੀ ਨਾ, ਜਿਵੇਂ 2 ਪਹਿਲੋਂ ਲਿਖਿਆ ਇੱਕ ਬਾਅਦ 'ਚੋਂ ਲਿਖਿਆ, ਜਿਹੜਾ ਬਾਅਦ 'ਚੋਂ ਲਿਖਿਆ ਉਹਦਾ ਮੁੱਲ ਉੱਪਰ, ਇੱਕ ਬਾਅਦ 'ਚੋਂ ਲਿਖਿਆ 2 ਪਹਿਲੋਂ ਲਿਖਿਆ ਬਟਾ ਮਾਧਿਅਮ 1 ਵਿੱਚ 2 ਵਿੱਚ ਪ੍ਰਕਾਸ਼ ਦੀ ਚਾਲ, ਇੱਥੇ 2 ਹੋਣਾ ਸੀ, ਲਿਖਿਆ ਇੱਥੇ
2 ਆਉਣਾ ਸੀ। ਮਾਧਿਅਮ 2 ਵਿੱਚ ਪ੍ਰਕਾਸ਼ ਦੀ ਚਾਲ, ਗੱਲ ਸਮਝ ਲੱਗੀ? ਠੀਕ ਹੈ, ਯਾਨੀ ਕਿ V1 ਬਟਾ V2। ਉਸੇ ਤਰ੍ਹਾਂ ਹੀ ਜਿਹੜਾ N12 ਲਿਖਿਆ ਹੈ ਉਹਦੇ ਵਿੱਚ ਕੀ ਆ, ਪਹਿਲੋਂ ਰਕਮ ਕਿਹੜੀ ਆ ਰਹੀ ਹੈ 1, ਜਿਹੜੀ ਰਕਮ ਪਹਿਲੋਂ ਆ ਰਹੀ ਉਹ ਆਪਾਂ ਥੱਲੇ ਲਿਖਣੀ ਆ, ਜਿਹੜੀ ਬਾਅਦ ਚ ਆ ਰਹੀ ਉੱਪਰ। N1 2 ਬੜਾ ਦਾ ਮਤਲਬ ਹੁੰਦਾ ਮਾਧਿਅਮ 2 ਵਿੱਚ ਪ੍ਰਕਾਸ਼ ਦੀ ਚਾਲ, ਦਾ ਸਪੀਡ ਆਫ ਲਾਈਟ ਇਨ ਮੀਡੀਅਮ 2 ਡਿਵਾਈਡ ਬਾਈ ਸਪੀਡ ਆਫ ਲਾਈਟ ਇਨ ਮੀਡੀਅਮ 1। ਤੇ ਜੇ ਆਪਾਂ ਹਵਾ ਦੀ ਗੱਲ ਕਰਦੇ ਹਾਂ ਤੇ ਫਿਰ ਜਿਹੜਾ ਇਹਦਾ ਆਪਣਾ ਅਪਵਰਤਨ ਅੰਕ ਆ ਇਹ ਫਿਰ ਬਰਾਬਰ ਹੁੰਦਾ ਵਾ ਸਪੀਡ ਆਫ ਲਾਈਟ ਇਨ ਏਅਰ ਡਿਵਾਈਡ ਬਾਈ ਸਪੀਡ ਆਫ ਲਾਈਟ ਇਨ ਮੀਡੀਅਮ। ਇਹ ਦੇਖੋ ਸਪੀਡ ਆਫ ਲਾਈਟ ਇਨ ਏਅਰ ਹੁੰਦਾ ਸੀ ਤੇ ਸਪੀਡ ਆਫ ਲਾਈਟ ਹੁੰਦੀ ਕੋਈ ਵੀ ਆਪਾਂ ਮੀਡੀਅਮ, ਚਾਹੇ ਉਹ ਪਾਣੀ ਆ ਚਾਹੇ ਉਹ ਗਲਾਸ ਆ, ਉਹ ਲਈਏ। ਹਰ ਇੱਕ ਵਸਤੂ ਦਾ ਆਪਣਾ ਵੈਸੇ ਇੱਕ ਅਪਵਰਤਨ ਅੰਕ ਹੁੰਦਾ, ਯਾਨੀ ਕਿ ਹਵਾ ਦੀ ਸਪੀਡ, ਠੀਕ ਆ, ਤੇ ਉਹ ਲਾਈਟ ਨੂੰ ਕਿੰਨਾ ਮੋੜਦੀ ਆ। ਹਵਾ ਦਾ ਅਪਵਰਤਨ ਅੰਕ ਲਗਭਗ 1 ਆ, ਬਰਫ਼ ਦਾ ਅਪਵਰਤਨ ਅੰਕ 1.31 ਆ, ਪਾਣੀ ਦਾ 1.33 ਆ, ਠੀਕ ਆ। ਜੇ ਆਪਾਂ ਵੈਸੇ ਗੱਲ ਕਰਦੇ ਹਾਂ ਤੇ ਸਭ ਤੋਂ ਵੱਧ ਜਿਹੜਾ ਅਪਵਰਤਨ ਅੰਕ ਕਿਹਦਾ ਵਾ, ਡਾਇਮੰਡ ਦਾ, ਹੀਰੇ ਦਾ, ਉਹਦਾ ਅਪਵਰਤਨ ਅੰਕ ਕਿੰਨਾ ਵਾ 2.42। ਇਹਦਾ ਮਤਲਬ ਕਿ ਸਭ ਤੋਂ ਵੱਧ ਪ੍ਰਕਾਸ਼ ਕਿੱਥੇ ਜਾ ਕੇ ਮੁੜੇਗਾ, ਡਾਇਮੰਡ ਵਿੱਚ, ਹੀਰੇ ਵਿੱਚ ਇਹ ਸਭ ਤੋਂ ਵੱਧ ਮੁੜੇਗਾ। ਮਤਲਬ ਉਨਾ ਹੀ ਇਹ ਮਾਧਿਅਮ ਸੰਘਣਾ ਵਾ, ਤੇ ਜਿੰਨਾ ਮਾਧਿਅਮ ਸੰਘਣਾ ਵਾ ਉਨੀ ਜਿਹੜਾ ਵਾ ਲਾਈਟ ਜ਼ਿਆਦਾ ਉਹਦੇ ਵਿੱਚ ਮੁੜਦੀ ਆ, ਇਸ ਕਰਕੇ ਇਹਦੇ ਸਭ ਤੋਂ ਵੱਧ ਜਿਹੜਾ ਉਹ ਮੁੜੇਗਾ। ਇਹਦਾ ਅਪਵਰਤਨ ਅੰਕ ਜਿਹੜਾ ਵਾ ਉਹ ਇਹ ਹੈਗਾ ਵਾ। ਕਲੀਅਰ? ਇਹ ਤਾਂ ਹੋ ਗਿਆ ਅਪਵਰਤਨ ਅੰਕ ਬਾਰੇ, ਜਿਹਨੂੰ ਆਪਾਂ ਕਹਿੰਦੇ ਆ ਰਿਫਰੈਕਟਿਵ ਇੰਡੈਕਸ ਬਾਰੇ। ਨਾਲੇ ਤੁਸੀਂ ਇਹ ਪੜ੍ਹ ਲਿਆ ਵੀ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ 'ਚ ਲਾਈਟ ਜਦੋਂ ਜਾਂਦੀ ਹੈ ਕੀ ਹੁੰਦਾ ਵਾ, ਵਿਰਲੇ ਮਾਧਿਅਮ ਵਿੱਚ ਪ੍ਰਕਾਸ਼ ਦੀ ਚਾਲ ਬੇਟਾ ਜ਼ਿਆਦਾ ਹੁੰਦੀ ਆ, ਜਿਉਂ-ਜਿਉਂ ਮਾਧਿਅਮ ਦੀ ਸੰਘਣਤਾ ਡੈਂਸਿਟੀ ਵੱਧਦੀ ਆ, ਜਿਹੜੀ ਲਾਈਟ ਦੀ ਸਪੀਡ ਆ ਉਹ ਘਟਦੀ ਜਾਂਦੀ ਆ। ਉਹਦੇ ਕਰਕੇ ਹੀ ਲਾਈਟ ਜਿਹੜੀ ਆਪਣੇ ਪੱਥ ਤੋਂ ਆਪਣੇ ਰਸਤੇ ਵਿੱਚੋਂ ਮੁੜ ਜਾਂਦੀ ਹੈ। ਕਲੀਅਰ? ਹੁਣ ਆਪਾਂ ਜਿਵੇਂ ਪੜ੍ਹਿਆ ਸੀ ਪਿਛਲੇ ਚੈਪਟਰ ਦੇ ਵਿੱਚ ਮਿਰਰ ਦੇ ਬਾਰੇ, ਕਨਕੇਵ ਮਿਰਰ, ਕਨਵੈਕਸ ਮਿਰਰ, ਜਾਂ ਆਪਾਂ ਗੱਲ ਕਰਦੇ ਹਾਂ ਦਰਪਣਾਂ ਬਾਰੇ, ਠੀਕ ਹੈ, ਅਵਤਲ ਦਰਪਣ ਅਤੇ ਉੱਤਲ ਦਰਪਣ। ਹੁਣ ਇਸ ਦੇ ਵਿੱਚ ਆਪਾਂ ਪੜਾਂਗੇ ਲੈਂਸ ਬਾਰੇ, ਠੀਕ ਹੈ। ਤੇ ਜਿਵੇਂ ਦਰਪਣ 2 ਤਰ੍ਹਾਂ ਦੇ ਸੀ ਉਸ ਤਰ੍ਹਾਂ ਲੈਂਸ ਜਿਹੜੇ ਆ ਇਹ ਵੀ 2 ਤਰ੍ਹਾਂ ਦੇ ਹਨ, ਠੀਕ ਹੈ। 2 ਤਰ੍ਹਾਂ ਦੇ ਲੈਂਸ ਕਿਹੜੇ ਹਨ, ਇੱਕ ਆਹ ਲੈਂਸ ਹੈ, ਠੀਕ ਹੈ, ਇਹਨੂੰ ਕਿਹਾ ਜਾਂਦਾ ਵਾ ਕਨਵੈਕਸ ਲੈਂਸ। ਕਲੀਅਰ? ਜਾਂ ਇਹਨੂੰ ਕੀ ਕਹਿੰਦੇ ਹਨ ਆਪਾਂ ਪੰਜਾਬੀ ਵਿੱਚ, ਇਹਨੂੰ ਕਿਹੜਾ ਲੈਂਸ ਕਹਿੰਦੇ ਹਾਂ, ਉੱਤਲ ਲੈਂਸ। ਕਿਹੜਾ ਕਹਿੰਦੇ ਹਨ, ਉੱਤਲ ਲੈਂਸ। ਤੇ ਦੂਸਰਾ ਹੈ ਸਾਡੇ ਕੋਲ ਕਨਕੇਵ ਲੈਂਸ। ਕਿਹੜਾ ਹੈ, ਕਨਕੇਵ ਲੈਂਸ। ਉਹ ਇਸ ਤਰ੍ਹਾਂ ਹੈ, ਜਿਹਨੂੰ ਆਪਾਂ ਅਵਤਲ ਲੈਂਸ ਕਹਿੰਦੇ। ਹੁਣ ਦੇਖੋ ਕਨਵੈਕਸ ਲੈਂਸ ਵਿੱਚ ਕੀ ਹੁੰਦਾ ਹੈ, ਇਹ ਵਿੱਚੋਂ ਮੋਟਾ ਹੈ ਤੇ ਸਿਰਿਆਂ ਤੋਂ ਪਤਲਾ ਹੈ, ਠੀਕ ਹੈ। ਜਿਹੜਾ ਕਨਕੇਵ ਲੈਂਸ ਹੈ ਇਹ ਸਿਰਿਆਂ ਤੋਂ ਮੋਟਾ ਹੈ ਤੇ ਵਿੱਚੋਂ ਇਹ ਬਰੀਕ ਹੈ ਜਾਂ ਪਤਲਾ ਹੈ। ਜੇ ਆਪਾਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਕਨਵੈਕਸ ਲੈਂਸ ਜਿਹੜਾ ਇਹਨੂੰ ਆਪਾਂ ਕਹਿੰਦੇ ਆ ਕਨਵਰਜਿੰਗ ਲੈਂਸ। ਕੀ ਕਹਿੰਦੇ ਹਨ, ਕਨਵਰਜਿੰਗ। ਕਨਵਰਜਿੰਗ ਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਹਾਂ ਅਭਿਸਾਰੀ। ਕੀ ਕਹਿੰਦੇ ਹਨ, ਅਭਿਸਾਰੀ। ਇਹ ਲੈਂਸ 'ਚ ਕੀ ਹੋ ਰਿਹਾ ਵਾ, ਜਿਹੜੀਆਂ ਪ੍ਰਕਾਸ਼ ਦੀਆਂ ਕਿਰਨਾਂ ਆ ਰਹੀਆਂ ਹਨ ਇਹ ਇੱਕ ਬਿੰਦੂ ਦੇ ਉੱਪਰ ਆਣ ਕੇ ਮਿਲ ਰਹੀਆਂ ਹਨ। ਇਹ ਤਾਂ ਮੈਂ ਦੱਸਿਆ ਸੀ ਜਿੱਥੇ ਬਿੰਦੂ ਆਣ ਕੇ ਮਿਲਦੇ ਉਹਨੂੰ ਆਪਾਂ ਕੀ ਕਹਿੰਦੇ ਆ, ਫੋਕਸ। ਇਹਦੇ 'ਚ ਨਾ ਬੇਟਾ 2 ਸਤਹਾਂ ਵਾ, ਇੱਧਰੋਂ ਵੀ ਲਾਈਟ ਜਾਊਗੀ ਤਾਂ ਵੀ ਉਹ ਗੱਲ ਇੱਧਰੋਂ ਜਾਏਗੀ। ਇਹਦੇ 'ਚ ਇੱਕ ਪਾਸੇ ਆ ਫੋਕਸ ਹੈ, ਇਹਨੂੰ F1 ਕਿਹਾ ਜਾਂਦਾ, ਪਰ ਦੂਜੇ ਪਾਸੇ ਫੋਕਸ ਨੂੰ F2। ਜਿਹੜਾ ਇੱਧਰ ਸੈਂਟਰ ਆਫ ਕਰਵੇਚਰ ਹੈ, ਕਿਉਂਕਿ ਇੱਧਰ 2 ਗੋਲੇ ਆ, ਅਸਲ 'ਚ ਕਿਸ ਤਰ੍ਹਾਂ ਬਣਿਆ ਵਾ, ਮੰਨ ਲਓ ਆਹ 2 ਸਰਕਲ ਆ, ਜੇ ਆਪਾਂ ਇਹਨੂੰ ਦੇਖੀਏ ਤੇ ਆਹ ਜਿਹੜਾ ਸਰਕਲ ਦਾ ਵਿਚਲਾ ਹਿੱਸਾ ਇਹ ਕੀ ਹੈ, ਇਹ ਲੈਂਸ ਹੈ। ਕਿਹੜਾ ਲੈਂਸ ਵਾਲਾ ਬਣਿਆ, ਦੇਖੋ ਕਨਵੈਕਸ ਲੈਂਸ। ਇਹਦੇ 2 ਕੇਂਦਰ ਨੇ, ਇੱਕ ਕੇਂਦਰ C ਇੱਧਰ C, ਇਹਨੂੰ ਆਪਾਂ C1, ਇਹਨੂੰ ਆਪਾਂ C2 ਕਹਿ ਦਿੰਦੇ ਹਾਂ। ਉਸ ਤਰ੍ਹਾਂ ਹੀ ਇੱਧਰ ਫੋਕਸ ਵੀ 2 ਬਣਨਗੇ, ਠੀਕ ਹੈ। ਇੱਧਰ ਇਹ ਬਣੇਗਾ ਮੰਨ ਲਓ F2, ਇਹ ਬਣੇਗਾ F1, ਠੀਕ ਹੈ। C1 ਨੂੰ ਆਪਾਂ ਕਈ ਵਾਰੀ 2F1 ਵੀ ਕਹਿ ਦਿੰਦੇ ਆ ਤੇ C2 ਨੂੰ ਆਪਾਂ 2F2 ਵੀ ਕਹਿ ਦਿੰਦੇ, ਕਿਉਂਕਿ 2 ਕੇਂਦਰ ਹਨ ਤੇ ਦੋਵਾਂ ਦੇ ਵਿਚਕਾਰ ਜਿਹੜਾ ਵਾ ਇਹ ਜਦੋਂ ਲੈਂਸ ਬਣਿਆ ਇਹਨੂੰ ਆਪਾਂ ਕਨਵੈਕਸ ਲੈਂਸ ਕਹਿੰਦੇ ਹਾਂ। ਜਦੋਂ 2 ਗੋਲੇ ਜਦੋਂ ਦੂਰ ਜਾ ਰਹੇ ਹਨ ਤੇ ਫਿਰ ਉਹ ਕਨਕੇਵ ਲੈਂਸ ਬਣਦਾ ਹੈ। ਤੇ ਕਨਕੇਵ 'ਚ ਤੁਸੀਂ ਦੇਖੋ ਕੀ ਹੋ ਰਿਹਾ ਵਾ, ਪ੍ਰਕਾਸ਼ ਦੀਆਂ ਕਿਰਨਾਂ ਵੱਜ ਕੇ ਖਿਲਰ ਰਹੀਆਂ ਹਨ, ਇਹਨੂੰ ਕਿਹਾ ਜਾਂਦਾ ਅਪਸਾਰੀ। ਕਿਹੜਾ ਲੈਂਸ, ਅਪਸਾਰੀ, ਜਾਂ ਇੰਗਲਿਸ਼ ਇਹਨੂੰ ਕਹਿੰਦੇ ਹਨ ਡਾਇਵਰਜਿੰਗ ਲੈਂਸ। ਕਿਹੜਾ ਲੈਂਸ, ਡਾਇਵਰਜਿੰਗ। ਦੇਖੋ ਨਾਲ ਨਾਲ ਤੁਸੀਂ ਇੰਗਲਿਸ਼ ਵੀ ਸਮਝੋ, ਜਿਹੜਾ ਕਨਕੇਵ ਲੈਂਸ ਹੈ ਇਹਨੂੰ ਅਪਸਾਰੀ ਜਾਂ ਡਾਇਵਰਜਿੰਗ, ਕਿਉਂਕਿ ਇਹ ਪ੍ਰਕਾਸ਼ ਦੇ ਕਿਰਨਾਂ ਨੂੰ ਖਿਲਾ ਰਿਹਾ ਵਾ, ਪ੍ਰਕਾਸ਼ ਦੀਆਂ ਕਿਰਨਾਂ ਦੂਰ ਜਾ ਰਹੀਆਂ ਉਹਨੂੰ ਫਿਰ ਆਪਾਂ ਵਾਪਸ ਮਿਲਾ ਰਹੇ ਹਾਂ, ਮਿਲਦੀਆਂ ਫੋਕਸ ਤੇ ਆਣ ਕੇ ਆ, ਪਰ ਆਪਾਂ ਨੂੰ ਦੇਖਿਆ ਜਦੋਂ ਆਪਾਂ ਕਿਰਨਾਂ ਆਪਸ 'ਚ ਮਿਲਦੀਆਂ ਨਹੀਂ ਪਰ ਆਪਾਂ ਉਹਨੂੰ ਮਿਲਾਉਂਦੇ ਹਾਂ
ਉਦੋਂ ਕਿਹੜਾ ਬਣਦਾ ਸੀ ਇਮੇਜ, ਵਰਚੁਅਲ ਇਮੇਜ। ਵਰਚੁਅਲ ਇਮੇਜ ਬਣ ਰਿਹਾ ਜਿਹੜਾ ਕਨਵੈਕਸ ਲੈਂਸ ਆ ਜਾਂ ਜਿਹੜਾ ਉੱਤਰ ਲੈਂਸ ਆ, ਉਹ 'ਚ ਪ੍ਰਕਾਸ਼ ਦਾ ਕਰਨਾ ਆਪਸ ਵਿੱਚ ਆਣ ਕੇ ਇੱਕ ਬਿੰਦੂ 'ਤੇ ਮਿਲ ਰਹੀਆਂ ਹਨ, ਇਹਨੂੰ ਕਨਵਰਜਿੰਗ ਲੈਂਸ ਜਾਂ ਅਭਿਸਾਰੀ ਲੈਂਸ ਕਿਹਾ ਜਾਂਦਾ। ਇਹਦੇ 'ਚ ਕਿਰਨਾਂ ਆਪਣੇ ਆਪ ਮਿਲਦੀਆਂ ਹਨ। ਇਹਦੇ 'ਚ ਕਿਹੜਾ ਇਮੇਜ ਬਣਦਾ ਪਿਆ, ਰੀਅਲ ਜਾਂ ਵਾਸਤਵਿਕ ਇਮੇਜ। ਉਹਦੇ 'ਚ ਬਣਦਾ ਪਿਆ ਸੀ ਵਰਚੁਅਲ ਜਾਂ ਆਭਾਸੀ ਜਾਂ ਝੂਠਾ। ਇਸੇ ਤਰ੍ਹਾਂ ਹੀ ਆਪਾਂ 'ਚ ਪੜ੍ਹਿਆ ਸੀ ਵਰਧਨ ਪਤਾ ਲੱਗ ਗਿਆ, ਜਿਹੜਾ ਵਕਰਤਾ ਕੇਂਦਰ ਆ, ਜਿਹੜਾ ਗੋਲੇ ਦਾ ਕੇਂਦਰ ਹੁੰਦਾ ਵਾ, ਵਿੱਚੋਂ ਨਿਕਲਦੀ ਜਿਹੜੀ ਕਿਰਨ ਉਹ ਪ੍ਰਿੰਸੀਪਲ ਐਕਸਿਸ ਹੁੰਦੀ ਆ, ਠੀਕ ਆ। ਤੇ ਜਿਹੜਾ ਜਿਵੇਂ ਉਹਦੇ 'ਚ ਆਪਾਂ ਉਹਨੂੰ ਕਹਿੰਦੇ ਸੀ ਪੋਲ, ਦਰਪਣ ਦੇ ਵਿੱਚ ਆਪਾਂ ਸੈਂਟਰ ਨੂੰ ਕਹਿੰਦੇ ਸੀ ਪੋਲ। ਇਹਦੇ 'ਚ ਸੈਂਟਰ ਨੂੰ ਕੀ ਕਿਹਾ ਜਾਂਦਾ, ਜਿਹੜਾ ਵਾ ਅਪਰਚਰ, ਠੀਕ ਹੈ, ਜਾਂ ਦੁਵਾਰਕ। ਕਲੀਅਰ। ਲੈਂਸ ਦੀ ਚੱਕਦਾ ਰੂਪ ਦਾ ਰੇਖਾ ਪ੍ਰਭਾਵੀ ਵਿਆਸ ਉਸਦਾ ਅਪਰਚਰ, ਇਹ ਪੂਰਾ ਅਪਰਚਰ ਆ। ਤੇ ਇਹਨੂੰ ਆਪਾਂ ਜਿਹੜਾ ਵਾ ਵੈਸੇ ਜਿਹੜਾ ਬਿੰਦੂ ਆ ਸੈਂਟਰ ਜਿਹੜਾ ਵਾ, ਇਹਨੂੰ ਆਪਾਂ ਕੀ ਕਹਿੰਦੇ ਆ, ਇਹਨੂੰ ਆਪਾਂ O ਨਾਲ ਦਰਸਾਉਂਦੇ ਹਾਂ, ਠੀਕ ਆ। ਇਹਨੂੰ ਕਹਿੰਦੇ ਆਪਟੀਕਲ ਸੈਂਟਰ। ਲੈਂਸ ਦੇ ਕੇਂਦਰ ਨੂੰ ਕੀ ਕਹਿੰਦੇ ਹਨ, ਆਪਟੀਕਲ ਸੈਂਟਰ ਜਾਂ ਪ੍ਰਕਾਸ਼ੀ ਕੇਂਦਰ। ਉਹਦੇ 'ਚ ਆਪਾਂ ਸ਼ੀਰਸ਼ ਜਾਂ ਪੋਲ ਕਹਿੰਦੇ ਸੀ, ਇਹਦੇ 'ਚ ਆਪਾਂ O ਨਾਲ ਰਿਪਰੈਜ਼ੈਂਟ ਕਰਦੇ ਜਿਹਨੂੰ ਆਪਟੀਕਲ ਸੈਂਟਰ ਜਾਂ ਆਪਾਂ ਕਹਿੰਦੇ ਪ੍ਰਕਾਸ਼ੀ ਕੇਂਦਰ। ਸਮਝ ਲੱਗੀ। ਇਹਨਾਂ ਪੁਆਇੰਟ ਬਾਰੇ ਤੁਹਾਨੂੰ ਉੱਤਲ ਅਤੇ ਅਪਤਲ ਲੈਂਸ ਬਾਰੇ ਤੁਹਾਨੂੰ ਪਤਾ ਲੱਗਾ। ਫੋਕਸ ਤੁਹਾਨੂੰ ਪਤਾ ਲੱਗ ਹੀ ਗਿਆ ਵਾ, ਤੇ ਫੋਕਸ ਤੋਂ ਜਿਹੜੀ ਆਪਟੀਕਲ ਸੈਂਟਰ ਦੀ ਦੂਰੀ ਆ, ਜਿਹੜੀ O ਦੀ ਦੂਰੀ ਆ, ਤੁਸੀਂ ਦੇਖੋ ਦੁਬਾਰਾ ਡਾਇਗਰਾਮ ਦੇਖੋ, ਜਿਹੜੀ ਆਪਟੀਕਲ ਸੈਂਟਰ ਤੋਂ O ਤੋਂ ਜਿਹੜੀ F ਦੀ ਦੂਰੀ ਆ ਫੋਕਸ ਦੀ, ਉਹਨੂੰ ਆਪਾਂ ਕੀ ਕਹਿੰਦੇ ਫੋਕਲ ਲੈਂਥ। ਇੱਧਰੋਂ ਫੋਕਲ ਲੈਂਥ ਆ ਵਾ, ਇੱਧਰੋਂ ਜਿਹੜਾ ਵਾ ਆ ਫੋਕਲ ਲੈਂਥ, ਠੀਕ ਹੈ। ਉਹਦਾ ਆਪਾਂ ਪਿਛਲੀ ਵਾਰੀ ਪੜ੍ਹਿਆ ਸੀ ਮਿਰਰ ਦੇ ਵਿੱਚ, ਉਹਦੇ ਵਿੱਚ ਵੀ ਸੇਮ ਫੋਕਸ ਦੂਰੀ, ਠੀਕ ਹੈ। ਹੁਣ ਜਿਵੇਂ ਦਰਪਣ ਵਿੱਚ ਜਦੋਂ ਆਪਾਂ ਵਸਤੂ ਨੂੰ ਰੱਖਦੇ ਹਾਂ ਤੇ ਪ੍ਰਤੀਬਿੰਬ ਬਣਦੇ ਹਨ, ਉਸੇ ਤਰ੍ਹਾਂ ਹੀ ਲੈਂਸ ਵਿੱਚ ਵੀ ਜਦੋਂ ਆਪਾਂ ਵਸਤੂ ਨੂੰ ਵੱਖ-ਵੱਖ ਪੋਜੀਸ਼ਨਸ ਤੇ ਵੱਖ-ਵੱਖ ਥਾਵਾਂ ਤੇ ਰੱਖਦੇ ਹਾਂ ਤੇ ਉਹਨਾਂ ਦੇ ਪ੍ਰਤੀਬਿੰਬ ਜਿਹੜੇ ਉਹ ਬਣਦੇ ਹਨ। ਮੈਨੂੰ ਲੱਗਦਾ ਵਾ ਵੀ ਆਪਾਂ ਆਪਣੀ ਲਗਭਗ ਵੀਡੀਓ 25 ਮਿੰਟ ਦੀ ਬਣ ਗਈ ਹੈ। ਲੈਂਸ ਦੁਆਰਾ ਬਣਾਏ ਗਏ ਪ੍ਰਤੀਬਿੰਬ, ਇਹਨੂੰ ਆਪਾਂ ਥਰਡ ਪਾਰਟ ਵਿੱਚ ਪੜ੍ਹਾਂਗੇ। ਕਨਵੈਕਸ ਲੈਂਸ ਅਤੇ ਕਨਕੇਵ ਲੈਂਸ ਵਿੱਚ ਜਦੋਂ ਵਸਤੂ ਰੱਖੀ ਜਾਂਦੀ ਹੈ, ਉਹਦਾ ਪ੍ਰਤੀਬਿੰਬ ਕਿੱਥੇ ਬਣਦਾ ਹੈ, ਉਹਦਾ ਆਕਾਰ ਕਿਸ ਤਰ੍ਹਾਂ ਦਾ ਹੁੰਦਾ ਹੈ, ਛੋਟਾ ਹੈ, ਵੱਡਾ ਹੈ, ਉਹਦੀ ਪ੍ਰਕਿਰਤੀ ਮਤਲਬ ਕਿ ਰੀਅਲ ਹੈ, ਵਰਚੁਅਲ ਹੈ ਯਾਨੀ ਕਿ ਵਾਸਤਵਿਕ ਹੈ, ਕਿ ਆਭਾਸੀ ਹੈ, ਫਿਰ ਸਿੱਧਾ ਬਣਦਾ ਹੈ ਯਾਨੀ ਕਿ ਇਰੈਕਟ, ਕਿ ਉਲਟਾ ਬਣਦਾ ਹੈ ਯਾਨੀ ਕਿ ਇਨਵਰਟਡ। ਉਹ ਆਪਾਂ ਸਾਰਾ ਜਿਵੇਂ ਆਪਾਂ ਦਰਪਣ 'ਚ ਪੜ੍ਹਿਆ ਸੀ ਨਾ ਬੜਾ ਪਹਿਲੀ ਵੀਡੀਓ, ਉਸ ਤਰ੍ਹਾਂ ਆਪਾਂ ਲੈਂਸ ਕਨਕੇਵ ਤੇ ਕਨਵੈਕਸ ਲੈਂਸ ਦੋਵਾਂ ਦੇ ਵਿੱਚ ਆਪਾਂ ਇਹਦੇ ਬਾਰੇ ਪੜ੍ਹਾਂਗੇ, ਨਾਲ ਨਾਲ ਉਹਨਾਂ ਦੇ ਰੇਖਾ ਚਿੱਤਰ ਪੜ੍ਹਾਂਗੇ, ਠੀਕ ਆ। ਜਿਹੜਾ ਆਪਣਾ ਉੱਤਰ ਲੈਂਸ ਆ ਉਹਦੇ ਰੇਖਾ ਚਿੱਤਰ ਕਿੰਨੇ ਹਨ, ਠੀਕ ਆ, ਟੋਟਲ 6। ਜਿਹੜਾ ਅਵਤਲ ਲੈਂਸ ਹੈ ਉਹਦੇ ਰੇਖਾ ਚਿੱਤਰ 2, ਠੀਕ ਆ। ਉਹਨਾਂ ਦੇ ਆਪਾਂ ਫਿਰ ਸਾਈਨ ਕਨਵੈਨਸ਼ਨ ਅਤੇ ਵਰਡ ਦਰਸ਼ਨ ਦੇ ਬਾਰੇ ਪੜ੍ਹਾਂਗੇ। ਆਪਾਂ ਕੋਸ਼ਿਸ਼ ਕਰਾਂਗੇ ਵੀ ਇਸ ਨੂੰ ਆਪਾਂ ਥਰਡ ਲੈਕਚਰ 'ਚ ਪੜ੍ਹੀਏ, ਕਿਉਂਕਿ ਆਪਣੀ ਕਾਫੀ ਅੱਗੇ ਸਮਾਂ ਕਾਫੀ ਹੋ ਚੁੱਕਾ, ਤੇ ਆਪਾਂ ਥਰਡ ਦੇ ਵਿੱਚ ਇਹਨੂੰ ਆਪਾਂ ਫਿਰ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਉਮੀਦ ਹੈ ਕਿ ਤੁਹਾਨੂੰ ਇਹ ਸਮਝ ਆ ਗਈ ਕਿ ਇਹਨਾਂ ਦੋਵਾਂ ਵੀਡੀਓਜ਼ ਨੂੰ ਦੇਖੋ।